ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਰੋਤਿਆਂ ਨੂੰ ਯਾਦ ਹੋਊਗਾ, ਕੁਝ ਸਮਾਂ ਪਹਿਲਾਂ ਸਿਆਟਲ ਦੇ ਵਿੱਚ ਇੱਕ ਭਾਰਤੀ ਮੂਲ ਦੀ ਕੁੜੀ ਜੋ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ, ਤੇ ਉਹ ਇੱਕ ਜਗ੍ਹਾ ਖੜੀ ਸੀ ਜਿੱਥੇ ਪੁਲਿਸ ਵਾਲੇ ਦੀ ਕਾਰ ਜੋ ਹਾਈ ਸਪੀਡ ਤੇ ਜਾ ਰਿਹਾ ਸੀ, ਉਹਦੇ ਵਿੱਚ ਲੱਗੀ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ। ਉਸ ਤੋਂ ਬਾਅਦ ਜੋ ਪੁਲਿਸ ਆਫੀਸਰ ਆ, ਉਹਦੇ ਉੱਤੇ ਜਿਹੜਾ ਕੇਸ ਚੱਲ ਰਿਹਾ ਸੀ, ਤੇ ਅੱਜ ਇਹ ਖਬਰ ਆ ਰਹੀ ਆ ਵੀ ਜਿਹੜੇ ਪੁਲਿਸ ਆਫੀਸਰ ਆ, ਉਹਦੇ ਉੱਤੇ ਕਿਸੇ ਤਰ੍ਹਾਂ ਦੇ ਫੈਲਨੀ ਦੇ ਚਾਰਜਸ ਨਹੀਂ ਲਾਈ ਜਾਣਗੇ। ਦੇਖੋ ਭਈ, ਉਹ ਸਟਰੀਟ ਜਿੱਥੇ ਉਹ ਵਿਚਾਰੀ ਜਹਾਵੀ ਕੰਦੂਲਾ ਨਾਮ ਦੀ ਬੱਚੀ ਖੜੀ ਸੀਗੀ ਜਨਵਰੀ 23 2023 ਨੂੰ, ਜੋ ਸਪੀਡ ਦੀ ਲਿਮਿਟ ਆ ਉੱਥੇ 25 ਮੀਲ ਪਰ ਆਵਰ ਦੇ ਹਿਸਾਬ ਨਾਲ ਸੀ, ਤੇ ਜੋ ਪੁਲਿਸ ਆਫੀਸਰ ਸੀ ਕੈਬਨ ਡੇਵ, ਉਹ 74 ਮੀਲ ਪਰ ਆਵਰ ਦੇ ਹਿਸਾਬ ਨਾਲ ਉਸ ਸਟਰੀਟ ਦੇ ਉੱਤੇ ਜਾ ਰਿਹਾ ਸੀਗਾ। ਤੇ ਜੋ ਸਿਆਟਲ ਪੁਲਿਸ ਡਿਪਾਰਟਮੈਂਟ ਦੇ ਮੈਮੋ ਦੇ ਵਿੱਚ ਇਹ ਦੱਸਿਆ ਗਿਆ ਆ ਕਿ ਕਿੰਗ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਆ, ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਪੁਲਿਸ ਆਫੀਸਰ ਡੇਵ ਸੀ, ਉਹਦੀਆਂ ਐਮਰਜੈਂਸੀ ਲਾਈਟਸ ਵੀ ਔਨ ਸੀਗੀਆਂ, ਤੇ ਪਰ ਜੋ ਉਹਦੇ ਤੇ ਫੈਲਨੀ ਦੇ ਚਾਰਜਸ ਆ, ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਜੋ ਐਵੀਡੈਂਸ ਆ ਉਹ ਬਾਹਲਾ ਸੋਲਿਡ ਨਹੀਂ ਹੈਗਾ। ਜੀ, ਬੜੀ ਮੰਦਭਾਗੀ ਜਿਹੜੀ ਇਹ ਗੱਲ ਆ, ਵੀ ਕਿਤੇ ਇਹ ਨਾ ਹੋਵੇ ਵੀ ਉਹ ਬਚ ਕੇ ਜਿਹੜਾ ਉਹ ਨਿਕਲ ਜਾਵੇ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਲਾ ਮੇਕਰਜ਼ ਰੈਪਰੇਸ਼ਨਸ ਬਿੱਲ ਆ, ਉਸ ਨੂੰ ਬਾਰੇ ਜਿਹੜੀ ਉਹ ਆਖ ਰਹੇ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਪੇਮੈਂਟਸ ਦੀ ਚਰਚਾ ਸੀ ਉਹ ਤਾਂ ਉਸ ਦੇ ਵਿੱਚ ਨਹੀਂ ਹੋਊਗੀ। ਜਿਹੜੇ ਕਾਲੇ ਮੂਲ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ, ਉਸ ਮਾਮਲੇ ਦੇ ਵਿੱਚ ਇੱਕ ਰੈਪਰੇਸ਼ਨ ਦੀ ਕਮੇਟੀ ਵੀ ਗਵਰਨਰ ਨਿਊਸਮ ਨੇ ਬਿਠਾਈ ਸੀ, ਜਿਨ੍ਹਾਂ ਨੇ ਤਕਰੀਬਨ ਮਿਲੀਅਨ ਡਾਲਰ ਹਰ ਇੱਕ ਕਾਲੇ ਮੂਲ ਦੇ ਬੰਦੇ ਨੂੰ ਦੇਣ ਦੀ ਸਿਫਾਰਿਸ਼ ਉਸ ਕਮੇਟੀ ਨੇ ਕੀਤੀ ਸੀ। ਪਰ ਜਿਹੜੇ ਲਾ ਮੇਕਰਜ਼ ਆ, ਉਹ ਇਸ ਪੈਕੇਜ ਨੂੰ ਹੁਣ ਲੈ ਕੇ ਆ ਰਹੇ ਆ। ਰੈਪਰੇਸ਼ਨਸ ਲੈਜਿਸਲੇਸ਼ਨ ਉਸ ਨੂੰ ਆਖਿਆ ਜਾ ਰਿਹਾ ਆ। ਕਹਿੰਦੇ ਵੀ ਸਟਾਰਟਿੰਗ ਪੁਆਇੰਟ ਇਹ ਰੱਖਿਆ ਗਿਆ ਆ ਵੀ ਸਭ ਤੋਂ ਪਹਿਲਾਂ ਮਾਫੀ ਜਿਹੜੀ ਆ ਇਸ ਦੇ ਵਿੱਚ ਮੰਗੀ ਜਾ ਸਕਦੀ ਹੈਗੀ ਆ। ਸੋ ਸੈਨੇਟਰ ਸਟੀਵਨ ਬ੍ਰੈਡਫੋਰਡ ਲਾਸ ਐਂਜਲਸ ਏਰੀਆ ਦੇ ਡੈਮੋਕ੍ਰੇਟ ਆ, ਉਹ ਟਾਸਕ ਫੋਰਸ ਦੇ ਮੈਂਬਰ ਵੀ ਜਿਹੜੇ ਆ ਉਹ ਰਹੇ ਆ। ਕੈਲੀਫੋਰਨੀਆ ਅਮਰੀਕਨ ਫਰੀਡਮੈਨ ਅਫੇਅਰਸ ਏਜੰਸੀ ਰੈਪਰੇਸ਼ਨਸ ਪ੍ਰੋਗਰਾਮ ਨੂੰ ਐਡਮਿਨਿਸਟਰ ਕਰਨ ਦੇ ਲਈ, ਤੇ ਕਾਲੇ ਮੂਲ ਦੇ ਲੋਕਾਂ ਦੇ ਪਰਿਵਾਰ ਦੀ ਲਿਨੀਏਜ ਆ ਪਿੱਛੇ ਆ, ਉਸ ਨੂੰ ਚੈੱਕ ਕਰਨ ਦੇ ਲਈ। ਸੋ ਇਹ ਹੁਣ ਦੇਖਣਾ ਹੋਊਗਾ ਵੀ ਲਾ ਮੇਕਰਸ ਨੇ ਇਹ ਨਹੀਂ ਦੱਸਿਆ ਵੀ ਇਸ ਦੇ ਨਾਲ ਕੁੱਲ ਖਰਚਾ ਜਿਹੜਾ ਆ ਉਹ ਕਿੰਨਾ ਇਸ ਦੇ ਵਿੱਚ ਆਊਗਾ। 1996 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਨੇ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿੱਚ ਇਹ ਕਿਹਾ ਸੀਗਾ ਵੀ ਰੇਸ, ਕਲਰ, ਸੈਕਸ ਜਾਂ ਨੈਸ਼ਨੈਲਿਟੀ ਦੇ ਆਧਾਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਬੈਨ ਆ ਉਹ ਨਹੀਂ ਹੋ ਸਕਦਾ ਇੰਪਲੋਇਮੈਂਟ, ਐਜੂਕੇਸ਼ਨ ਜਾਂ ਕੰਟਰੈਕਟਿੰਗ ਡਿਸੀਜਨ ਦੇ ਵਿੱਚ। 2020 ਦੇ ਵਿੱਚ ਵੋਟਰਸ ਨੂੰ ਦੁਬਾਰਾ ਇਹ ਪੁੱਛਿਆ ਗਿਆ ਸੀ, ਜਦੋਂ ਉਹਨਾਂ ਨੇ ਫਿਰ ਇਸ ਨੂੰ ਹਰੀ ਝੰਡੀ ਦਿੱਤੀ ਸੀਗੀ। ਸੋ ਹੁਣ ਰੈਪਰੇਸ਼ਨ ਦੇ ਮਾਮਲੇ ਦੇ ਵਿੱਚ ਨਵੀਂ ਬਹਿਸ ਜਿਹੜੀ ਹੈ ਚਿਰ ਦੀ ਜਿਹੜੀ ਛਿੜੀ ਸੀ, ਉਸ ਦੇ ਵਿੱਚ ਇਹ ਚਰਚਾ ਹੁਣ ਆਈ ਆ ਵੀ ਸਭ ਤੋਂ ਪਹਿਲਾਂ ਗੁਲਾਮੀ ਦੇ ਲਈ, ਕਾਲੇ ਲੋਕਾਂ ਦੀ ਜਿਹੜੀ ਗੁਲਾਮੀ ਦੇ ਲਈ, ਉਹਦੇ ਵਿੱਚ ਮਾਫੀ ਰੱਖੀ ਗਈ ਆ। ਅਗਲੀ ਖਬਰ ਵੱਲ ਚਲੀਏ। ਅੱਜ ਕੱਲ ਲੋਕ ਬਹੁਤ ਕਮਲੇ ਹੋਏ ਪਏ ਆ, ਤੇ ਏਅਰਲਾਈਨਸ ਦੇ ਵਿੱਚ ਵੀ ਜਿਹੜੀਆਂ ਡਿਸਟਰਪਸ਼ਨਸ ਆ ਉਹ ਕਰਦੇ ਰਹਿੰਦੇ ਆ।
ਇਹ ਹੁਣ ਖਬਰ ਆ ਰਹੀ ਆ ਅੱਜ ਇੱਕ ਅਮਰੀਕਨ 에ਅਰਲਾਈਨ ਉਹ ਵਾਪਸ ਅਲਬੈਕਰਕੂ ਜੋ ਹੈਗਾ ਆ ਉੱਥੇ ਨਿਊ ਮੈਕਸੀਕੋ ਦੇ ਵਿੱਚ ਉਸ ਨੂੰ ਵਾਪਸ ਰਿਟਰਨ ਹੋਣਾ ਪਿਆ ਕਿਉਂਕਿ ਉਹਦਾ ਇੱਕ ਜਿਹੜਾ ਪੈਸੇਂਜਰ ਸੀ ਉਸ ਨੇ ਜੋ ਡੋਰ ਹੁੰਦਾ ਐਮਰਜੈਂਸੀ ਐਗਜ਼ਿਟ ਦਾ ਉਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। ਇਹ ਫਲਾਈਟ 1219 ਸ਼ਿਕਾਗੋ ਨੂੰ ਜਾ ਰਹੀ ਸੀ। ਜੇ ਓਵਰਆਲ ਦੱਸਦੇ ਜਾਈਏ ਕੱਲੇ ਇਸ ਸਾਲ ਦੇ ਵਿੱਚ 250 ਦੇ ਕਰੀਬ ਇਨਸੀਡੈਂਟਸ ਰਿਪੋਰਟ ਹੋ ਚੁੱਕੀਆਂ ਆ FAA ਦੇ ਮੁਤਾਬਕ ਜਦੋਂ ਜਿਹੜੇ ਕਹਿੰਦੇ ਅਨਰੂਲੀ ਪੈਸੇਂਜਰ ਕੋਈ ਨਾ ਕੋਈ ਜਿਹੜੀ ਸ਼ਰਾਰਤ ਕਰਦੇ ਆ। ਇਹ ਸਨ 2024 ਦੀ ਮੈਂ ਗੱਲ ਕਰਦਾ। ਸਨ 2021 ਦੇ ਵਿੱਚ 6000 ਇਨਸੀਡੈਂਟਸ ਇਦਾਂ ਦੀਆਂ ਹੋਈਆਂ ਤੇ 2000 ਤੋਂ ਵੱਧ ਜਿਹੜੇ ਅਨਰੂਲੀ ਪੈਸੇਂਜਰ ਜਿਹੜੇ ਰੌਲਾ ਰੱਪਾ ਪਾਉਂਦੇ ਆ ਜਾਂ ਇਦਾਂ ਦੀ ਸ਼ਰਾਰਤ ਕਰਦੇ ਕੁਛ ਨਾ ਕੁਛ ਕਰਨ ਨੂੰ ਉਹ 2022 ਤੇ 2023 ਦੇ ਵਿੱਚ ਹੋਈਆਂ ਹੈਗੀਆਂ। ਸੋ ਬਹੁਤ ਵਾਰ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਫਿਰ ਜਦੋਂ ਫਲਾਈਟ ਵਾਪਸ ਆਉਂਦੀ ਆ ਉੱਥੇ ਪੁਲਿਸ ਵਾਲੇ ਫਿਰ ਇਸ ਇਦਾਂ ਦੇ ਸ਼ਰਾਰਤੀ ਬੰਦੇ ਨੂੰ ਫਿਰ ਫੜ ਕੇ ਲੈ ਜਾਂਦੇ ਆ ਤੇ ਹਮੇਸ਼ਾ ਹੀ ਜਿਹੜੀਆਂ 에ਅਰਲਾਈਨਸ ਆ ਉਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਫਿਰ ਕਦੇ ਵੀ ਉਹ 에ਅਰਲਾਈਨ ਦੇ ਵਿੱਚ ਨਹੀਂ ਚੜ ਸਕਦੇ ਹੈਗੇ। ਪਿਛਲੇ ਮਹੀਨੇ ਕੈਨੇਡਾ ਦਾ ਹੀ ਇੱਕ ਬੰਦਾ ਥਾਈਲੈਂਡ ਦੇ ਵਿੱਚ ਅਰੈਸਟ ਹੋਇਆ ਸੀ ਜਿਸ ਨੇ ਇੱਕ ਜਹਾਜ਼ ਦਾ ਜਿਹੜਾ ਐਮਰਜੈਂਸੀ ਡੋਰ ਆ ਉਸ ਦੀ ਖੋਲਣ ਦੀ ਕੋਸ਼ਿਸ਼ ਕੀਤੀ ਸੀ। ਨਵੰਬਰ ਮਹੀਨੇ ਦੇ ਵਿੱਚ ਸਾਊਥ ਵੈਸਟ 에ਅਰਲਾਈਨ ਦੀ ਜਿਹੜੀ ਫਲਾਈਟ ਸੀ ਉਹਦਾ ਵੀ ਇੱਕ ਐਮਰਜੈਂਸੀ ਡੋਰ ਜਿਹੜਾ ਆ ਓਪਨ ਹੋ ਗਿਆ ਸੀ ਤੇ ਇਵਨ ਬੰਦਾ ਜਿਹੜਾ ਆ ਪਲੇਨ ਦੇ ਵਿੰਗ ਤੇ ਚੜ੍ਹਨ ਨੂੰ ਕੋਸ਼ਿਸ਼ ਕਰਦਾ ਸੀ। ਨਿਊ ਆਰਲੀਨਸ ਦੀ ਇਹ ਗੱਲ ਜੀ ਸੋ ਕਮਲਿਆਂ ਦੀ ਵਾਕਿਆ ਜਿਹੜੀ ਆ ਉਹ ਘਾਟ ਨਹੀਂ ਹੈਗੀ। ਹੁਣ ਤੁਸੀਂ ਜਦੋਂ ਜਹਾਜ਼ 'ਚ ਵੀ ਜਾਂਦੇ ਆ ਯੂ ਨੈਵਰ ਨੋ ਕਿਹੜੇ ਸ਼ਦਾਈ ਦੇ ਨਾਲ ਟੱਕਰਾ ਹੋ ਜਾਣਾ ਆ। ਤਾਂ ਪਹਿਲਾਂ ਵੀ ਇਦਾਂ ਹਰਜੋਤ ਸਿੰਘ ਜੀ ਕਈ ਵਾਰੀ ਹੋਇਆ। ਇੱਕ ਵਾਰੀ ਬਹੁਤ ਕਮਲਾ ਸੀਗਾ ਤੇ ਉਹਨੂੰ ਬਾਅਦ 'ਚ ਡਕ ਟੇਪ ਨਾਲ ਬੰਨ੍ਹ ਕੇ ਰੱਖਿਆ ਸੀਗਾ ਫਿਰ ਆ ਕੇ ਲਾਇਆ ਤੇ ਇਹਨੂੰ ਵੀ ਜਿਹੜਾ ਇਹ ਡੋਰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਵੀ ਇਹਨਾਂ ਨੇ ਡਕ ਟੇਪ ਦੇ ਨਾਲ ਫਿਰ ਇਵੈਂਚੁਅਲੀ ਰੋਕਿਆ। 4-5 ਜਾਣਿਆਂ ਨੇ ਮਿਲ ਕੇ ਇਸ ਨੂੰ ਫੜ ਕੇ ਜਿਹੜਾ ਉਹ ਰੱਖਿਆ ਸੀ ਤੇ ਬਾਅਦ 'ਚ ਉਤਰਦਿਆਂ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ। ਸੋ ਧਿਆਨ ਦੇ ਨਾਲ ਜਿਹੜਾ ਉਹ ਚੱਲੋ ਤੇ ਰੈਡੀ ਰਹੋ ਐਕਸ਼ਨ ਲੈਣ ਦੇ ਲਈ ਵੀ ਕੋਈ ਕਮਲਾ ਜਿਹੜਾ ਉੱਥੇ ਨਾ ਤੁਰਿਆ ਫਿਰਦਾ ਹੋਵੇ। ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਸੈਨੇਟ ਦੀ ਇਲੈਕਸ਼ਨ ਜਿਹੜੀ ਉਹ ਆ ਰਹੀ ਆ। ਇਸ ਦੇ ਵਿੱਚ ਬੇਸਬਾਲ ਸਟਾਰ ਤੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਸਟੀਵ ਗਾਰਵੀ ਆ ਉਹ ਦੂਜੇ ਨੰਬਰ ਦੇ ਉੱਤੇ ਕਹਿੰਦੇ ਆ ਉਹ ਪਹੁੰਚ ਗਏ ਆ ਐਡਮ ਸ਼ਿਫ ਦੇ ਹੇਠਾਂ। ਐਡਮ ਸ਼ਿਫ ਇਸ ਟਾਈਮ ਪਹਿਲੇ ਨੰਬਰ ਦੇ ਉੱਤੇ ਚੱਲ ਰਹੇ ਆ। ਜੇ ਦੇਖਿਆ ਜਾਵੇ ਤਾਂ ਜਿਹੜੇ ਜਿਹੜੇ ਦੋ ਹੋਰ ਕੈਂਡੀਡੇਟ ਆ ਬਾਰਬਰਾ ਲੀ ਓਕਲੈਂਡ ਤੋਂ ਰਿਪਰੈਜ਼ੈਂਟੇਟਿਵ ਤੇ ਇਸ ਦੇ ਨਾਲ ਕੇਟੀ ਪੋਰਟਰ ਅਰਵਾਈਨ ਤੋਂ ਇਹ ਦੋਨੋਂ ਜਾਣੀਆਂ ਬੀਬੀਆਂ ਵੀ ਜਿਹੜੀਆਂ ਇਸ ਟਾਈਮ ਉੱਥੇ ਦੇਖੀਆਂ ਗਈਆਂ ਆ ਉਹ ਹੈਗੀਆਂ ਨੇ ਕੈਂਡੀਡੇਟਸ ਦੇ ਤੌਰ ਦੇ ਉੱਤੇ। ਪਰ ਇਹ ਕਹਿੰਦੇ ਵੀ ਸੁਣਨ ਨੂੰ ਭਾਵੇਂ ਔਡ ਜਿਹੜਾ ਉਹ ਲੱਗੇ ਕੈਲੀਫੋਰਨੀਆ ਡਾਰਕ ਬਲੂ ਸਟੇਟ ਹੈਗੀ ਆ ਪਰ ਉੱਥੇ ਜੇ ਦੇਖਿਆ ਜਾਵੇ ਤਾਂ ਇਹ ਦੇਖਿਆ ਜਾ ਰਿਹਾ ਆ ਵੀ ਜਿਹੜੇ ਸਟੀਵ ਗਾਰਵੀ ਆ ਉਹ ਦੂਜੇ ਨੰਬਰ ਤੇ ਆ। ਹਾਲ ਦੀ ਘੜੀ ਜਿਹੜੀ ਕੁੱਕ ਪੋਲੀਟੀਕਲ ਰਿਪੋਰਟ ਆ ਉਹ ਕਹਿੰਦੀ ਆ ਵੀ ਜਿਹੜਾ ਵੀ ਡੈਮੋਕ੍ਰੇਟ ਪਾਰਟੀ ਦਾ ਕੰਟੈਂਡਰ ਹੋਊਗਾ ਉਹ ਆਸਾਨੀ ਦੇ ਨਾਲ ਇਸ ਇਲੈਕਸ਼ਨ ਨੂੰ ਜਿੱਤ ਸਕਦਾ ਆ। ਪਰ ਡਾਇਨ ਫਾਈਨਸਟਾਈਨ ਦੀ ਜਿਹੜੀ ਆ ਦੇਹਾਂਤ ਤੋਂ ਬਾਅਦ 'ਚ ਖਾਲੀ ਹੋਈ ਸੀਟ ਉਸ ਨੂੰ ਹੁਣ ਭਰਨ ਦੇ ਲਈ ਨਵੰਬਰ 'ਚ ਇਲੈਕਸ਼ਨ ਆ ਰਹੀ ਹੈਗੀ ਆ। ਸੋ ਹੌਟਲੀ ਕੰਟੈਸਟਡ ਆ। ਐਡਮ ਸ਼ਿਫ ਜਿਹੜੇ ਆ ਉਹ ਰਿਪਰੈਜ਼ੈਂਟੇਟਿਵ ਵੀ ਰਹੇ ਆ ਹਾਊਸ ਦੇ ਵਿੱਚ ਤੇ ਹੁਣ ਇਹ ਆਪਣਾ ਜਿਹੜਾ ਅਜਮਾ ਰਹੇ ਆ ਕਿਸਮਤ ਸੈਨੇਟ ਦੇ ਵਿੱਚ ਤੇ ਹਾਲ ਦੀ ਘੜੀ ਉਹ ਟੌਪ ਦੇ ਉੱਤੇ ਚੱਲਦੇ ਨਜ਼ਰ ਆ ਰਹੇ ਆ। ਅੱਜ ਕੱਲ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਤੁਹਾਡਾ ਸਾਰਾ ਡਾਟਾ ਆ ਉਹ ਬਿਨਾਂ ਤੁਹਾਨੂੰ ਦੱਸੇ ਤੋਂ ਹੋਰ ਕੰਪਨੀਆਂ ਦੇ ਨਾਲ ਸ਼ੇਅਰ ਕਰ ਲੈਂਦੀਆਂ ਆ। ਇਦਾਂ ਦੀ ਇਨਸੀਡੈਂਟ ਡੋਰ ਡੈਸ਼ ਜਿਹੜੀ ਕੰਪਨੀ ਆ ਜਿਹਦੇ ਰਾਹੀਂ ਤੁਸੀਂ ਫੂਡ ਆਪਣੇ ਘਰਾਂ 'ਚ ਮੰਗਾਉਂਦੇ ਆ ਉਹਨਾਂ ਨੇ ਸ਼ੇਅਰ ਕੀਤੀਆਂ ਤੇ ਵਾਇਲੇਟ ਕੀਤਾ ਜੋ ਕੰਜ਼ਿਊਮਰ ਪ੍ਰਾਈਵੇਸੀ ਲਾ ਹੁੰਦਾ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ ਉਹਨਾਂ ਨੇ ਕਿਹਾ ਤੇ ਉਹਨਾਂ ਉਸ ਕੰਪਨੀ ਨੂੰ 3,75,000 ਦੀ ਜਿਹੜੀ ਸਿਵਲ ਪੈਨਲਟੀ ਆ ਉਹ ਦੇਣੀ ਪਏਗੀ। ਇਹ ਉਹਨਾਂ ਨੇ ਐਗਰੀਮੈਂਟ ਕਰ ਲਿਆ ਹੈਗਾ ਤੇ ਡੋਰਡੈਸ਼ ਨੇ ਖੁਦ ਮੰਨਿਆ ਵੀ ਉਹਨਾਂ ਨੇ ਲੋਕਾਂ ਦੇ ਨਾਮ ਐਡਰੈਸ ਟ੍ਰਾਂਜੈਕਸ਼ਨ ਹਿਸਟਰੀ ਉਹ ਮਾਰਕੀਟਿੰਗ ਕੰਪਨੀਆਂ ਨੂੰ ਜੋ ਆ ਉਹ ਵੇਚ ਦਿੱਤੀ। ਜਦ ਕਿ ਉਹਨਾਂ ਦਾ ਫਰਜ਼ ਇਹ ਬਣਦਾ ਸੀ ਵੀ ਜੇ ਕਿਸੇ ਦੀ ਵੀ ਕੰਜ਼ਿਊਮਰ ਪ੍ਰਾਈਵੇਸੀ ਐਕਟ ਦੇ ਦੌਰਾਨ ਐਕਟ ਜੋ ਹੈਗਾ ਆਲਰੇਡੀ ਲਾਗੂ ਆ ਉਹਦੇ ਮੁਤਾਬਕ ਤੁਹਾਨੂੰ ਜੇ ਕਿਸੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਤੇ ਤੁਹਾਨੂੰ ਪਹਿਲਾਂ ਉਸ ਕਸਟਮਰ ਨੂੰ ਦੱਸਣਾ ਪਊਗਾ। ਸੋ ਇਦਾਂ ਦੀ ਚੀਜ਼ ਜਿਹੜੀ ਕੋਈ ਦੱਸੀ ਨਹੀਂ। ਤੁਸੀਂ ਦੇਖਦੇ ਹੋਣੇ ਆ ਵੀ ਕਿੱਦਾਂ ਤੁਹਾਡੇ ਘਰਾਂ ਦੇ ਵਿੱਚ ਮਾਰਕੀਟਿੰਗ ਦੇ ਫੋਨ ਵਾਰ-ਵਾਰ ਆਉਂਦੇ ਆ। ਲੋਕ ਇਸ ਟਾਈਮ ਦੇ ਉੱਤੇ ਬਹੁਤ ਤੰਗ ਹੋਏ ਪਏ ਹੈਗੇ ਆ। ਫਿਰ ਜਿਹੜੀਆਂ ਈਮੇਲਾਂ ਆ ਫੋਨ ਆ ਸੋ ਜੇ ਇਦਾਂ ਦੇ ਫਾਈਨ ਹੋਣੇ ਸ਼ੁਰੂ ਹੋਊਗੇ
ਸੋ ਹੋਪਫੁਲੀ ਉਹਦੇ ਨਾਲ ਜਿਹੜਾ ਥੋੜਾ ਬਹੁਤਾ ਉਹਦੇ ਉੱਤੇ ਅਸਰ ਪਊਗਾ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਅਸੈਂਬਲੀ ਬਿੱਲ ਇੰਟਰੋਡਿਊਸ ਕੀਤਾ ਜਾ ਰਿਹਾ ਆ 3038, ਜਿਸ ਦੇ ਵਿੱਚ ਇਹ ਮੱਦ ਰੱਖੀ ਗਈ ਆ ਵੀ ਕੈਂਪਸ ਦੇ ਉੱਤੇ ਸਕੂਲ ਦੇ ਕੈਲੀਫੋਰਨੀਆ ਦੇ ਸਾਰੇ ਸਕੂਲ ਦੇ ਕੈਂਪਸ ਦੇ ਉੱਤੇ ਘੱਟੋ ਘੱਟ ਇੱਕ ਹਥਿਆਰਧਾਰੀ ਅਫਸਰ ਜਿਹੜਾ ਆ ਉਹ ਕੈਂਪਸ ਦੇ ਉੱਤੇ ਮੌਜੂਦ ਹੋਣਾ ਚਾਹੀਦਾ ਆ, ਆਰਮਡ ਆਫਿਸਰ। ਇਹ ਜਿਹੜਾ ਬਿੱਲ ਆ ਅਸੈਂਬਲੀਮੈਨ ਬਿੱਲ ਅਯਾਸਲੀ ਉਹ ਲੈ ਕੇ ਆ ਰਿਹਾ ਡਿਸਟ੍ਰਿਕਟ 63rd ਤੋਂ ਰਿਪਬਲਿਕਨ ਪਾਰਟੀ ਵੱਲੋਂ ਆ। ਇਹ ਕਹਿੰਦੇ ਵੀ 3 ਪ੍ਰੋਂਗ ਪਬਲਿਕ ਸੇਫਟੀ ਪੈਕੇਜ ਆ ਤੇ ਇਹ ਅਸੈਂਬਲੀਮੈਨ ਜਿਹੜੇ ਉਹ ਲੈ ਕੇ ਆ ਰਹੇ ਆ। ਇਸ ਬਿੱਲ ਦੇ ਤਹਿਤ K through 12 ਜਿਹੜੇ ਸਕੂਲਸ ਆ ਉਹਨਾਂ ਵਿੱਚ ਐਟਲੀਸਟ 1 ਆਰਮਡ ਆਫਿਸਰ ਔਨ ਸਾਈਟ ਸਕੂਲ ਆਵਰਸ ਦੇ ਵਿੱਚ ਹੋਣਾ ਚਾਹੀਦਾ ਹੈ, ਜਾਂ ਜਦੋਂ ਜਿਹੜੇ ਸਟੂਡੈਂਟ ਆ ਕੈਂਪਸ ਦੇ ਉੱਤੇ ਹੈਗੇ ਆ। ਇਸ ਬਿੱਲ ਦੀ ਵਿਰੋਧਤਾ ਵੀ ਕਈ ਥਾਵਾਂ ਤੋਂ ਹੋ ਰਹੀ ਆ। ACLU ਨੇ ਪਹਿਲਾਂ ਹੀ ਇਸ ਬਿੱਲ ਦੀ ਵਿਰੋਧਤਾ ਕਰ ਦਿੱਤੀ। ਉਹ ਕਹਿੰਦੇ ਵੀ ਇਹ ਬੈਡ ਪਾਲਿਸੀ ਆ। ACLU ਕਹਿੰਦੇ ਆ ਵੀ ਜਿਹੜੇ ਸਟੂਡੈਂਟ ਆਫ ਕਲਰ ਤੇ ਸਟੂਡੈਂਟ ਵਿਦ ਡਿਸੇਬਿਲਿਟੀਜ਼ ਆ ਉਹਨਾਂ ਦੇ ਉਲਟ ਪਹਿਲਾਂ ਹੀ ਜਿਹੜੀਆਂ ਜ਼ਿਆਦਾ ਅਰੈਸਟ ਹੁੰਦੀਆਂ ਆ, ਤੇ ਜੇ ਪੁਲਿਸ ਪ੍ਰੈਜ਼ੈਂਟ ਹੋਊਗੀ ਸਕੂਲ ਦੇ ਵਿੱਚ ਤਾਂ ਇਹਨਾਂ ਦੇ ਨਾਲ ਹੋਰ ਧੱਕਾ ਜਿਹੜਾ ਆ ਉਹ ਹੋ ਸਕਦਾ ਆ। ਪਰ ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਕਈ ਜਿਹੜੇ ਪੇਰੈਂਟਸ ਆ ਉਹ ਇਸ ਬਿੱਲ ਦਾ ਸਮਰਥਨ ਵੀ ਕਰ ਰਹੇ ਆ। ਕੈਲੀਫੋਰਨੀਆ ਦੇ ਵਿੱਚ 2018 ਤੋਂ 2023 ਦੇ ਦਰਮਿਆਨ 96 ਸਕੂਲ ਸ਼ੂਟਿੰਗਸ ਜਿਹੜੀਆਂ ਹੋ ਚੁੱਕੀਆਂ ਆ, ਤੇ ਜਿਹੜੇ ਅਯਾਸਲੀ ਆ ਉਹ ਕਹਿੰਦੇ ਆ ਵੀ ਜੇ ਅਸੀਂ ਸੀਰੀਅਸ ਆ ਸ਼ੂਟਿੰਗਸ ਨੂੰ ਰੋਕਣ ਦੇ ਲਈ ਤੇ ਵੀ ਨੀਡ ਗੁੱਡ ਗਾਇਜ਼ ਐਂਡ ਗਰਲਸ ਵਿਦ ਗਨਸ ਰੈਡੀ ਟੂ ਐਕਟ, ਵੀ ਉਹ ਉੱਥੇ ਮੌਜੂਦ ਹੋਣੇ ਚਾਹੀਦੇ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਜੇ ਦੱਸਦੇ ਜਾਈਏ ਤਾਂ ਉੱਥੇ ਕਹਿੰਦੇ ਵੀ ਵਿਦਆਊਟ ਆਫਿਸਰਸ ਚੱਲ ਰਹੇ ਆ ਕੈਂਪਸ ਦੇ ਉੱਤੇ 2020 ਤੋਂ ਬਾਅਦ ਦੇ ਵਿੱਚ, ਪਰ ਉੱਥੇ ਦੇ ਜਿਹੜੇ ਕੁਝ ਪੇਰੈਂਟਸ ਆ ਉਹ ਇਸ ਬਿੱਲ ਨੂੰ ਜਿਹੜਾ ਉਹ ਜਿਹੜਾ ਬੈਕ ਕਰਦੇ ਆ, ਉਸ ਦੀ ਪ੍ਰੋੜਤਾ ਕਰਦੇ ਆ। ਉਹ ਕਹਿੰਦੇ ਵੀ ਜਿਹੜੇ ਨਿਆਣੇ ਆ ਯੂ ਨੈਵਰ ਨੋ, ਕਈ ਜਿਹੜੇ ਆ ਗਨਸ ਕੈਰੀ ਕਰਦੇ ਆ ਐਵਰੀਡੇ ਜਿਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਆ, ਤੇ ਮੈਟਲ ਡਿਟੈਕਟਰ ਹੋਣ ਦੇ ਨਾਲ ਕਿਸੇ ਨੂੰ ਕੋਈ ਹਰਜ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਸੋ ਦੇਖਦੇ ਆ ਵੀ ਇਹ ਬਿੱਲ 3038 ਕਿਸੇ ਅੱਗੇ ਵੱਧ ਸਕੂਗਾ ਜਾਂ ਨਹੀਂ, ਪਰ ਇੱਥੇ ਵੀ ਜਿਹੜੀ ਹੁਣ ਚਰਚਾ ਆ ਨਵੀਂ ਛਿੜ ਚੁੱਕੀ ਆ। ਇੱਦਾਂ ਦਾ ਇੱਕ ਹੋਰ ਬਿੱਲ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਜਿਹਦੇ ਮੁਤਾਬਕ ਜਿਹੜੇ ਲੈਂਡਲੌਰਡ ਆ ਉਹਨਾਂ ਨੂੰ ਜੇ ਟੈਨੈਂਟ ਕਹਿੰਦਾ ਆ ਵੀ ਮੈਂ ਕੋਈ ਨਾ ਕੋਈ ਪੈਟ ਰੱਖਣਾ ਆ, ਬਿੱਲੀ ਕੁੱਤਾ ਕੁਛ ਰੱਖਣਾ ਆ, ਤੇ ਲੈਂਡਲੌਰਡ ਉਹ ਡਿਨਾਈ ਨਹੀਂ ਕਰ ਸਕਦਾ ਹੈਗਾ। AV 2216 AV 2216 ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਮੈਟ ਹੈਨੀ ਇਸ ਬਿੱਲ ਨੂੰ ਲੈ ਕੇ ਆ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਜੋ ਪੈਟ ਹੁੰਦੇ ਆ ਉਹਨਾਂ ਨੂੰ ਆਪਣੇ ਕੋਲ ਰੱਖਦੇ ਆ, ਤੇ ਪ੍ਰੋਬਲਮ ਆਉਂਦੀ ਆ ਜਦੋਂ ਬਹੁਤ ਜੋ ਲੈਂਡਲੌਰਡ ਆ ਉਹ ਕਹਿ ਦਿੰਦੇ ਆ ਵੀ ਨਹੀਂ ਤੁਸੀਂ ਅਸੀਂ ਤੁਹਾਨੂੰ ਰੈਂਟ ਤੇ ਨਹੀਂ ਦੇਣਾ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਵੀ ਪੈਟ ਹੈਗਾ ਆ। ਸੋ ਕਹਿੰਦੇ ਵੀ 72% ਰੈਂਟਰਸ ਨੇ ਰਿਪੋਰਟ ਕੀਤਾ ਵੀ ਉਹਨਾਂ ਦੇ ਕੋਲ ਕੋਈ ਨਾ ਕੋਈ ਪੈਟ ਰਾਈਟ ਨਾ ਹੈਗਾ ਜਿਹੜੇ ਰੈਂਟ ਦੇ ਉੱਤੇ ਰਹਿੰਦੇ ਹੈਗੇ ਆ। ਸੋ ਕਾਈਂਡ ਆਫ ਉਹ ਕਹਿ ਰਿਹਾ ਵੀ ਸਾਡੇ ਨਾਲ ਇਹ ਧੱਕਾ ਹੈ, ਡਿਸਕ੍ਰਿਮੀਨੇਸ਼ਨ ਆ, ਇਦਾਂ ਹੋਣਾ ਨਹੀਂ ਚਾਹੀਦਾ, ਅਸੀਂ ਜਿਹਨੂੰ ਵੀ ਰੱਖਣਾ ਚਾਹੁੰਦੇ ਉਹ ਰੱਖ ਸਕਦੇ ਆ। ਸੋ ਲੈਟਸ ਸੀ ਕੀ ਬਣਦਾ ਆ। ਲੱਗ ਤਾਂ ਇਦਾਂ ਹੀ ਰਿਹਾ ਹਰਜੋਤ ਸਿੰਘ ਜੀ, ਜੇ ਲੋਕਾਂ ਦੇ ਸਾਹਮਣੇ ਜੇ ਕਿਤੇ ਪ੍ਰੋਪੋਜੀਸ਼ਨ ਦੇ ਰੂਪ ਦੇ ਵਿੱਚ ਆਉਂਦਾ ਤਾਂ ਸ਼ਾਇਦ ਇਹ ਪਾਸ ਵੀ ਹੋ ਜਾਣਾ ਸੀ। ਅਗਲੀ ਜਿਹੜੀ ਗੱਲ ਕਰੀਏ Waymo, ਜਿਹੜੀ ਰੋਬੋ ਟੈਕਸੀ ਆ, ਉਹਨਾਂ ਨੇ ਪੈਨਿਨਸੂਲਾ ਦੇ ਵਿੱਚ ਆਪਣਾ ਜਿਹੜੇ ਪਲਾਨਸ ਆ ਉਸ ਨੂੰ ਐਕਸਪੈਂਡ ਕਰਨ ਦੇ ਲਈ, ਵਧਾਉਣ ਦੇ ਲਈ ਚਰਚਾ ਜਿਹੜੀ ਉਹ ਛੇੜੀ ਸੀਗੀ, ਪਰ ਰੈਗੂਲੇਟਰਸ ਦੇ ਦੁਆਰਾ ਹਾਲ ਦੀ ਘੜੀ ਉਹਨਾਂ ਦੇ ਇਸ ਪਲਾਨ ਨੂੰ ਠੰਡੇ ਬਸਤੇ ਦੇ ਵਿੱਚ ਪਾਇਆ ਗਿਆ ਆ। ਉਹ ਡਿਲੇ ਜਿਹੜਾ ਉਹ ਹੋਊਗਾ। ਮਾਊਂਟੇਨ ਵਿਊ ਦੀ ਜਿਹੜੀ ਫਰਮ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੋਲਡ ਅਪ ਆ ਇਹ ਇੱਕ ਰੂਟੀਨ ਹੀ ਦੇਖੀ ਜਾ ਰਹੀ ਆ। ਸੋ 4 ਮੰਥ ਰੈਗੂਲੇਟਰੀ ਡਿਲੇ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ। ਮਾਊਂਟੇਨ ਵਿਊ ਦੀ ਬੇਸ ਤੇ ਜਿਹੜੀ ਗੂਗਲ ਦੀ ਸਪਿਨ ਆਫ ਕੰਪਨੀ ਆ, ਇਹ ਕੰਟਰੋਵਰਸੀ ਦੇ ਵਿੱਚ ਰਹੀ ਸੀ ਸੈਨ ਫਰਾਂਸਿਸਕੋ ਦੇ ਵਿੱਚ। ਜਦ ਰੋਬੋ ਟੈਕਸੀਜ਼ ਜਦੋਂ ਚੱਲਦੀਆਂ ਸੀ ਟ੍ਰੈਫਿਕ ਬਹੁਤ ਧੀਮਾ ਹੋ ਜਾਂਦਾ ਸੀ, ਇੱਥੋਂ ਤੱਕ ਕਿ ਇਹ ਜਿਹੜੀਆਂ ਐਮਰਜੈਂਸੀ ਵਹੀਕਲਸ ਆ ਉਹਨਾਂ ਨੂੰ ਵੀ ਇਹ ਬਲੌਕ ਕਰ ਰਹੀਆਂ ਸੀ, ਤੇ ਕਈ ਐਕਸੀਡੈਂਟਸ ਦੇ ਵਿੱਚ ਵੀ ਸ਼ਾਮਲ ਰਹੀਆਂ ਸੀ। ਵਾਈਮੋ ਦੀ ਜਿਹੜੀ ਰਾਈਵਲ ਕਰੂਜ਼ ਆ ਉਹ ਕਹਿੰਦੇ ਵੀ ਜ਼ਿਆਦਾਤਰ ਇਸ ਮੇਹੈਮ ਦੇ ਲਈ ਉਹਨਾਂ ਦੇ ਉੱਤੇ ਜਿਹੜਾ ਭਾਰ ਆ ਉਹ ਆਉਂਦਾ ਰਿਹਾ ਆ। ਜਨਵਰੀ ਦੇ ਵਿੱਚ ਵਾਈਮੋ ਦੀ ਜਿਹੜੀ ਸਬਸਿਡਰੀ ਆ ਜਿਹੜੀ ਗੂਗਲ ਦੀ, ਉਹਨਾਂ ਨੇ ਅਪਲਾਈ ਕੀਤਾ ਸੀ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੇ ਮੋਹਰੇ, ਜੋ ਕਿ ਰੈਗੂਲੇਟ ਕਰਦੀ ਹੈ ਰੋਬੋ ਟੈਕਸੀਜ਼ ਨੂੰ DMV ਦੇ ਨਾਲ। ਉਹ ਕਹਿੰਦੇ ਆ ਵੀ ਸਨੀਵੇਲ ਸਿਟੀ ਲਾਈਨ ਦੇ ਵਿੱਚ ਉਹ ਜਿਹੜੀ ਗੱਲ ਆ ਉਹ ਕਰ ਰਹੇ ਆ ਵੀ ਇਸ ਨੂੰ ਫੇਅਰਸ ਆ ਉਸ ਨੂੰ
ਘਟਾਉਣ ਦੇ ਲਈ। ਸੋ ਕਈ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਇਸ ਪਲਾਨ ਦੀ ਸਪੋਰਟ ਕੀਤੀ ਸੀ, ਜਿਨ੍ਹਾਂ ਵਿੱਚ ਸਿਲੀਕਨ ਵੈਲੀ ਲੀਡਰਸ਼ਿਪ ਗਰੁੱਪ, ਮਾਊਂਟਨ ਵਿਊ, ਪਾਲੋ ਆਲਟੋ ਚੈਂਬਰ ਆਫ ਕਾਮਰਸ ਤੇ ਕਈ ਜਿਹੜੀਆਂ ਨਾਨ ਪ੍ਰੋਫਿਟ ਐਡਵੋਕੇਸੀਜ਼ ਵੀ ਸੀਗੀਆਂ, ਜਿਹੜੀਆਂ ਡਿਸੇਬਲਡ ਲੋਕਾਂ ਲਈ ਤੇ ਬਾਈਸਾਈਕਲਿਸਟ ਦੇ ਲਈ ਕੰਮ ਕਰਦੀਆਂ ਆ। ਸੋ ਹਾਲ ਦੀ ਘੜੀ ਕਮਿਸ਼ਨ ਨੇ ਇਹ ਨੋਟਿਸ ਜਿਹੜਾ ਉਹ ਜਾਰੀ ਕੀਤਾ ਆ ਵੀ ਇਹ ਪ੍ਰਪੋਜ਼ਲ ਜਿਹੜਾ ਆ ਪੇਡ ਫੇਅਰਸ ਲੈਣ ਦੇ ਲਈ LA ਦੇ ਵਿੱਚ ਉਸ ਦੇ ਉੱਤੇ ਕੰਮ ਜਿਹੜਾ ਹੋਊਗਾ ਤੇ 120 ਦਿਨਾਂ ਦੇ ਲਈ ਇਸ ਨੂੰ ਸਸਪੈਂਡ ਕੀਤਾ ਜਾ ਰਿਹਾ ਆ ਸਟਾਫ ਰਿਵਿਊ ਦੇ ਲਈ। ਸੋ ਹਾਲ ਦੀ ਘੜੀ ਇਹ ਭਾੜਾ ਲੈ ਕੇ ਜਿਹੜੀਆਂ ਰੋਬੋ ਟੈਕਸੀਜ਼ ਚੱਲਦੀਆਂ ਆ ਪੈਨਿਨਸੂਲਾ ਦੇ ਵਿੱਚ ਅਜੇ ਆਪਾਂ ਨੂੰ ਘੱਟ ਜਿਹੜੀਆਂ ਹੁਣ ਦਿਖਣਗੀਆਂ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਸਾਲ ਪ੍ਰੋਪੋਜੀਸ਼ਨ 553 ਨੂੰ ਲੈ ਕੇ ਜਿਹੜਾ ਸਟੋਰਾਂ ਵਾਲਿਆਂ ਦੇ ਲਈ ਸੀ, ਕਾਫੀ ਫਾਈਟ ਕੀਤੀ ਸੀ, ਪਰ ਉਹ ਜਿਹੜਾ ਗਵਰਨਰ ਨੇ ਸਾਈਨ ਕਰਕੇ ਬਿੱਲ ਬਣਾ ਦਿੱਤਾ ਸੀ। ਹੁਣ ਕੁਛ ਡੈਮੋਕ੍ਰੇਟ ਤੇ ਕੁਛ ਰਿਪਬਲਿਕਨ ਵੀ ਜੋ ਪ੍ਰੋਪੋਜੀਸ਼ਨ 47 ਆ, ਜਿਹਦੇ ਵਿੱਚ $950 ਤੱਕ ਚੋਰੀ ਦੀ ਗੱਲ ਆ, ਉਸ ਨੂੰ ਅਮੈਂਡ ਕਰਨ ਦੇ ਲਈ, ਉਸ ਨੂੰ ਘਟਾਉਣ ਦੇ ਲਈ ਤੇ ਹੋਰ ਸਜ਼ਾ ਜਿਹੜੀ ਆ ਉਹਦੇ ਵਿੱਚ ਐਡ ਕਰਨ ਦੇ ਲਈ, ਸਮੈਸ਼ ਐਂਡ ਗ੍ਰੈਬ ਦੀਆਂ ਜੋ ਚੋਰੀਆਂ ਹੁੰਦੀਆਂ ਆ, ਜਾਂ ਜੋ ਬਾਰ-ਬਾਰ ਬੰਦਾ ਚੋਰੀ ਕਰਦਾ ਹੈਗਾ, ਜਾਂ ਇਹਦੇ ਵਿੱਚ ਫੈਂਟਲਿਨ ਵੀ ਆਉਂਦੀ ਆ, ਇਹ ਸਾਰੀਆਂ ਨੂੰ ਐਡ ਕੀਤਾ ਜਾ ਰਿਹਾ ਤੇ ਇਹਦੇ ਲਈ ਬਹੁਤ ਵੱਡੀ ਇੱਕ ਸਿਗਨੇਚਰ ਡਰਾਈਵ ਚੱਲ ਰਹੀ ਹੈਗੀ ਆ। ਕਹਿੰਦੇ 4 ਲੱਖ ਤੋਂ ਵੱਧ ਸਿਗਨੇਚਰ ਚਾਹੀਦੇ ਆ ਤਾਂ ਕਿ ਇਹ ਜਿਹੜੀ ਪ੍ਰੋਪੋਜੀਸ਼ਨ ਆ ਉਹ ਨਵੰਬਰ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਉਹਦੇ ਵਿੱਚ ਬੈਲਟ ਤੇ ਆ ਜਾਏ, ਕਿਉਂਕਿ ਬੈਲਟ ਦੇ ਰਾਹੀਂ ਹੀ ਇਹ ਜੋ ਆ ਰਿਵਰਸ ਹੋਣੀ ਆ। ਸੋ ਇਹਦੇ ਸੰਬੰਧ ਦੇ ਵਿੱਚ ਡੈਮੋਕ੍ਰੇਟ ਵੀ ਕੰਮ ਕਰ ਰਹੇ, ਰਿਪਬਲਿਕਨਸ ਵੀ, ਤੇ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਸ਼ੁੱਕਰਵਾਰ ਨੂੰ 9:30 ਵਜੇ ਜਾਂ 9:45 ਵਜੇ ਸਾਡੇ ਨਾਲ ਕਰਮ ਬੈਂਸ ਤੇ ਜਸਕਰਨ ਸਿੰਘ ਸੋਹਤਾ ਹੁਣੀ ਜੁੜਨਗੇ ਤੇ ਉਹ ਦੱਸਣਗੇ ਵੀ ਇਹਦੀ ਕੀ ਅਪਡੇਟ ਹੈਗੀ ਆ, ਕੀ ਇਹਦੇ ਬਾਰੇ ਜੋ ਅਮੈਂਡਮੈਂਟ ਹੋਣ ਜਾ ਰਹੀ ਆ ਸਿਗਨੇਚਰਸ ਡਰਾਈਵ ਦੇ ਲਈ ਕੀ ਕੁਝ ਚੱਲ ਰਿਹਾ ਹੈਗਾ। ਸੋ ਸਾਡੇ ਨਾਲ ਜੁੜਨਗੇ। ਸੋ ਕੱਲ ਨੂੰ ਧਿਆਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਆ ਸੁਣਿਓ ਜੀ। ਕੈਲੀਫੋਰਨੀਆ ਦੇ ਵਿੱਚ ਕਾਫੀ ਮੀਂਹ ਪੈ ਰਿਹਾ, ਕਈ ਥਾਵਾਂ ਦੇ ਉੱਤੇ ਸਨੋ ਵੀ ਪਈ ਆ ਉਤਲੇ ਜਿਹੜੇ ਇਲਾਕਿਆਂ ਦੇ ਵਿੱਚ, ਪਰ ਇਸ ਸਾਰੇ ਮਾਮਲੇ ਦੇ ਵਿੱਚ ਅਜੇ ਵੀ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਇਹ ਕਿਹਾ ਆ ਵੀ ਆਪਾਂ ਇੰਨਾ ਜ਼ਿਆਦਾ ਬਰਫ਼ਬਾਰੀ ਤੇ ਸਨੋ ਜਿਹੜਾ ਪੈਕ ਆ ਉਹ ਨਹੀਂ ਹੈਗਾ। 102% ਆਫ ਐਵਰੇਜ ਹੀ ਜਿਹੜਾ ਉਹ ਦੇਖਿਆ ਗਿਆ ਆ। ਪਿਛਲੇ ਸਾਲ ਜਦੋਂ ਦੇਖਿਆ ਸੀ 222-223% ਐਵਰੇਜ ਜਿਹੜੀ ਸਨੋਫਾਲ ਤੋਂ ਵੱਧ ਜਿਹੜੀ ਬਰਫ਼ ਆ ਉਦੋਂ ਮੋਨੀਟਰ ਕੀਤੀ ਗਈ ਸੀ। ਅਜੇ ਕਈ ਇਲਾਕਿਆਂ ਦੇ ਵਿੱਚ ਮੀਂਹ ਅਜੇ ਵੀ ਪੈ ਰਹੇ ਆ ਤੇ ਫਲੱਡ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਪਈ ਆ, ਪਰ ਉਸ ਦੇ ਬਾਵਜੂਦ ਵੀ ਜਿਹੜਾ ਸਨੋ ਪੈਕ ਆ ਉਹ ਇਸ ਵਾਰ ਥੋੜਾ ਵੀਕ ਨਜ਼ਰ ਆ ਰਿਹਾ ਹੈਗਾ ਆ। ਮੌਸਮ ਦੇ ਵਿੱਚ ਹਰਜੋਤ ਸਿੰਘ ਜੀ ਸਾਰੇ ਜਾਣਿਆਂ ਨੇ ਨੋਟਿਸ ਕੀਤਾ ਹੋਣਾ ਆ, ਇਸ ਵਾਰ ਉਨੀ ਠੰਡਕ ਨਹੀਂ ਹੈਗੀ, ਇੰਨਾ ਸਿਆਲ ਜਿਹੜਾ ਉਹ ਨਹੀਂ ਪਿਆ, ਟੈਂਪਰੇਚਰ ਥੋੜਾ ਵੱਧ ਹੀ ਜਿਹੜਾ ਉਹ ਓਵਰਆਲ ਰਿਹਾ ਹੈਗਾ ਆ। ਸੋ ਹਾਲ ਦੀ ਘੜੀ ਸਨੋ ਪੈਕ 102% ਦੇ ਉੱਤੇ ਚੱਲ ਰਿਹਾ ਆ, ਜੋ ਕਿ ਆਪਾਂ ਚਾਹੁੰਦੇ ਆ ਵੀ ਹੋਪਫੁਲੀ ਉਹ ਹੋਰ ਜ਼ਿਆਦਾ ਵਧੇ, ਫਿਰ ਗਰਮੀਆਂ ਦੇ ਵਿੱਚ ਥੋੜਾ ਸੁਖਾਲਾ ਰਹਿੰਦਾ ਆ ਕੰਮ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਸਵੇਰੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ, ਵੀ ਉਹਨਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਘਟ ਰਹੀਆਂ ਤੇ ਜਿਹੜੀਆਂ ਲੀਜ਼ਿੰਗ ਕੰਪਨੀਆਂ ਆ ਉਹ ਆਲਮੋਸਟ ਬੈਂਕਰਪਸੀ ਦੇ ਕਿਨਾਰੇ ਪਹੁੰਚ ਗਈਆਂ। ਤੇ ਅੱਜ ਹੁਣ ਇਹ ਖਬਰ ਆ ਰਹੀ ਆ ਟੈਸਲਾ ਦਾ ਇੱਕ ਹੋਰ ਵੀ ਕੰਪੀਟੀਟਰ ਹੈਗਾ ਰਿਵੀਅਨ, ਜੋ ਇਲੈਕਟ੍ਰਿਕ ਵਹੀਕਲ ਬਣਾਉਂਦਾ ਹੈਗਾ, ਉਹਨਾਂ ਨੇ ਇਹ ਦੱਸਿਆ ਵੀ 10% ਉਹ ਉਹਨਾਂ ਦੇ ਜਿਹੜੇ ਸੈਲਰੀਡ ਵਰਕਫੋਰਸ ਆ, ਜਿਹੜੇ ਤਨਖਾਹ ਦੇ ਉੱਤੇ EMPLOYEES ਆ, ਉਹਨਾਂ ਨੂੰ ਕੱਟ ਕਰਨ ਜਾ ਰਹੇ ਹੈਗੇ ਆ, ਕਿਉਂਕਿ ਕਹਿੰਦੇ ਵੀ ਜੋ ਸੇਲਸ ਆ ਉਹਦੇ ਉੱਤੇ ਤੇ ਪ੍ਰੋਫਿਟ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਜੀ, ਮਾਰਕੀਟ ਦੀ ਗੱਲ ਕਰਦੇ ਜੇ ਡਾਓ ਜੋਨ ਦੇ ਵਿੱਚ ਅੱਜ 48 ਪੁਆਇੰਟਾਂ ਦਾ ਇਜ਼ਾਫਾ ਹੋਇਆ, 38,612 ਤੇ ਬੰਦ ਹੋਈ। S&P 6 ਪੁਆਇੰਟ ਵੱਧ ਕੇ 4982 ਤੇ, ਨੈਸਡੈਕ 50 ਪੁਆਇੰਟ ਘਟ ਕੇ 15,581 ਤੇ ਬੰਦ ਹੋਇਆ। ਤੇ ਸੋਨੇ ਦਾ ਭਾਅ $2,038 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ ਜਿਹੜੀ ਆ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 51,280 ਤੇ ਇਥੀਰੀਅਮ 2912 ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 93 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 74 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ
ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।